ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ। ਹੇ ਭਾਈ, ਸ੍ਰੇਸ਼ਟ ਮਹਾਤਮਾ ਦੀ ਸੰਗਤ ਵੇਖ ਕਰਕੇ ਬੇਨਤੀ ਕਰੀਏ ਕਿ ਹੇ ਮਹਾਰਾਜ ਪਰਮੇਸ਼ਰ, ਜਿਵੇਂ ਇਹ ਸੰਤ ਜਨ ਤੇਰਾ ਨਾਮ ਜਪਣ ਲਈ ਉਦਮ ਕਰਦੇ ਹਨ, ਇਸੇ ਤਰ੍ਹਾਂ ਮੇਰੇ ਕੋਲੋਂ ਵੀ ਉਦਮ ਕਰਵਾਉਣਾ ਕਰੋ। ਹਰ ਹਰ ਨਾਮ ਚਰਾਵੋ ਰੰਗਨ, ਆਪੇ ਹੀ ਪ੍ਰਭ ਰੰਗ। ਹੇ ਭਾਈ, ਹਰੀ ਪਰਮੇਸ਼ਰ ਦੇ ਤਾਈਂ ਬੇਨਤੀ ਕਰੋ ਕਿ ਸਾਨੂੰ ਆਪਣੀ ਸੰਗਤ ਰੂਪੀ ਰੰਗਨ ਮੱਟੀ ਵਿੱਚ ਪ੍ਰੇਮ ਰੂਪੀ ਜਲ ਅਤੇ ਨਾਮ ਰੂਪੀ ਰੰਗ ਪਾ ਕੇ ਭਗਤੀ ਦਾ ਰੰਗ ਚਾੜ੍ਹ ਦੇਵੋ। ਹੇ ਪ੍ਰਭੂ, ਇਹ ਤੁਸੀਂ ਆਪ ਹੀ ਗੁਰੂ ਸਰੂਪ ਹੋ ਕੇ ਨਾਮ ਰੰਗ ਵਿੱਚ ਰੰਗਣਾ ਕਰੋ। ਮਨ ਮਹਿ ਰਾਮ ਨਾਮਾ ਜਾਪ। ਹੇ ਭਾਈ, ਆਪਣੇ ਮਨ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਅਤੇ ਅਰਦਾਸ ਕਰਿਆ ਕਰੋ। ਕਰ ਕਿਰਪਾ ਵਸਹੁ ਮੇਰਾ ਹਿਰਦੈ, ਹੋਏ ਸਹਾਈ ਆਪ ਰਹਾਉ। ਹੇ ਭਾਈ, ਤੁਸੀਂ ਕਿਰਪਾ ਮਿਹਰ ਕਰਕੇ ਮੇਰੇ ਸਾਡੇ ਹਿਰਦੇ ਵਿੱਚ ਵਸਣਾ ਕਰੋ। ਹੇ ਪਰਮੇਸ਼ਰ ਜੀ, ਤੁਸੀਂ ਹਿਰਦੇ 'ਚ ਵਸਣਾ ਕਰੋ ਅਤੇ ਆਪ ਹੀ ਸਹਾਇਤਾ ਕਰਨ ਵਾਲੇ ਹੋਵੋ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਨ ਕਾ ਚਾਉ। ਹੇ ਪ੍ਰੀਤਮ ਪਿਆਰੇ ਪ੍ਰਭੂ ਪਰਮੇਸ਼ਰ, ਸੱਤ ਸ਼ਾਸਤਰਾਂ ਅਤੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਤੁਹਾਡਾ ਨਾਮ ਸਰਵਣ ਕਰ ਕਰਕੇ ਤੁਹਾਡੇ ਦਰਸ਼ਨ ਵੇਖਣ ਦਾ ਚਾਅ ਉਤਸ਼ਾਹ ਅੰਦਰ ਸਾਡੇ ਪੈਦਾ ਹੋਇਆ ਹੈ। ਦਇਆ ਕਰੋ ਕਿਰਮ ਆਪਣੀ ਕੋ, ਇਹ ਮਨੋਰਥ ਸੁਆਉ। ਹੇ ਮਹਾਰਾਜ, ਤੁਸੀਂ ਆਪਣੇ ਕਿਰਮ ਕੀੜੇ ਭਾਵ ਤੁਸ਼ ਦਾਸ ਨੂੰ ਇਸ ਦੇ ਤਾਈਂ ਮਿਹਰ ਕਰਨਾ ਕਰੋ। ਇਹੋ ਹੀ ਸਾਡੇ ਮਨ ਦਾ ਮਨੋਰਥ ਸੰਕਲਪ ਹੈ, ਤੁਹਾਡੇ ਦਰਸ਼ਨ ਦਾ ਸੁਆਉ ਰਸ ਆਨੰਦ ਪ੍ਰਾਪਤ ਹੋਵੇ। ਇਹੋ ਹੀ ਸਾਡਾ ਮਨੋਰਥ ਹੈ ਅਤੇ ਇਹੋ ਹੀ ਸਾਡਾ ਸੁਆਉ ਪ੍ਰਯੋਜਨ ਹੈ। ਧੰਨ ਧੰਨ ਤੇਰਾ ਤੂੰ ਪ੍ਰਭ ਮੇਰਾ, ਹਮਰੈ ਵਸ ਕਿਛ ਨਾਹੀ। ਹੇ ਮਹਾਰਾਜ, ਇਹ ਤਨ ਸਰੀਰ ਅਤੇ ਧਨ ਦੌਲਤ ਸਭ ਕੁਝ ਹੀ ਤੁਹਾਡਾ ਹੀ ਆ ਅਤੇ ਤੂੰ ਸਾਡਾ ਪ੍ਰਭੂ ਹੈ। ਸਾਡੇ ਵਸ ਅਧੀਨ ਤਾਂ ਕੁਝ ਵੀ ਨਹੀਂ ਹੈ। ਜਿਉ ਜਿਉ ਰਾਖੈ ਤਿਉ ਤਿਉ ਰਹਿਣਾ, ਤੇਰਾ ਦੀਆ ਖਾਹੇ। ਹੇ ਮਹਾਰਾਜ, ਜਿਵੇਂ ਜਿਵੇਂ ਤੁਸੀਂ ਸਾਨੂੰ ਸ਼ੁਭ ਗੁਣ ਸਤ ਸੰਗਤ ਦੇ ਕੇ ਵਿਕਾਰਾਂ ਤੋਂ ਬਚਾ ਕਰਕੇ ਰੱਖਦੇ ਹੋ, ਤਿਵੇਂ ਤਿਵੇਂ ਅਸੀਂ ਰਹਿਣਾ ਹੈ। ਸਭ ਤੁਹਾਡਾ ਹੀ ਦਿੱਤਾ ਹੋਇਆ ਪਦਾਰਥ ਖਾਂਦੇ ਹਾਂ। ਜਨਮ ਜਨਮ ਕੇ ਕਿਲ ਵਿਖ ਕਾਟੈ, ਮੱਜਨ ਹਰ ਜਨ ਧੂਰ। ਹੇ ਹਰੀ ਦੇ ਪਰਮੇਸ਼ਰ, ਤੁਹਾਡੇ ਜਨ ਭਗਤ ਦਾਸਾਂ ਦੀ ਚਰਨ ਧੂੜ ਦਾ ਮੱਜਨ ਇਸ਼ਨਾਨ ਜਨਮਾਂ ਜਨਮਾਤਰਾਂ ਦੇ ਕਿਲ ਵਿਖ ਪਾਪ ਕੱਟ ਦਿੰਦਾ ਹੈ। ਪਾਏ ਭਗਤ ਭਰਮ ਪਉ ਨਾਸੈ, ਹਰ ਨਾਨਕ ਸਦਾ ਹਜੂਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਭਾਏ ਭਗਤ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਪ੍ਰੇਮਾ ਭਗਤੀ ਕਰਨ ਨਾਲ ਸੰਸਾ ਤੇ ਭਉ ਡਰ ਆਦਿ ਸਭ ਨੱਸ ਜਾਂਦਾ ਅਤੇ ਪਰਮੇਸ਼ਰ ਹਮੇਸ਼ਾ ਹਜੂਰ ਨੇੜੇ ਤੋਂ ਨੇੜੇ ਦਿਸ ਆਉਂਦਾ ਹੈ। ਹੇ ਭਾਈ, ਸਦਾ ਪਰਮੇਸ਼ਰ ਦੀ ਹਜੂਰੀ ਵਿੱਚ ਵਸਣਾ ਕਰੋ। ਆਸਾ ਮਹੱਲਾ ਪੰਜਵਾ। ਅਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਹੇ ਮਨ ਬਾਣੀ ਦੀ ਗਮਤਾ ਤੋਂ ਰਹਿਤ ਅਗੰਮ ਪਰਮੇਸ਼ਰ, ਤੁਹਾਡਾ ਦਰਸ਼ਨ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਹੇ ਅਗਮ ਮਨ ਦੇ ਸੰਕਲਪਾਂ ਵਿਕਲਪਾਂ ਦੇ ਅਵਿਸ਼ੇ ਅਤੇ ਇੰਦਰੀਆਂ ਕਰਕੇ ਅਗੋਚਰ ਪਰਮੇਸ਼ਰ, ਤੁਹਾਡਾ ਦਰਸ਼ਨ ਉਹ ਪੁਰਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਦੇ ਸ਼੍ਰੋਮਣੀ ਭਾਗ ਹਨ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ।
ਕਿਰਪਾਲੂ ਪ੍ਰਭੂ ਪਰਮੇਸ਼ਰ ਨੇ ਆਪ ਜਿਨ੍ਹਾਂ ਉੱਪਰ ਦਇਆ ਦ੍ਰਿਸ਼ਟੀ ਧਾਰਨਾ ਕੀਤੀ ਹੈ, ਉਹਨਾਂ ਨੂੰ ਸਤਿਗੁਰ ਸੱਚੇ ਗੁਰਾਂ ਨੇ ਹਰੀ ਨਾਮ ਬਖਸ਼ਣਾ ਕੀਤਾ ਹੈ। ਕਲਯੁਗ ਉਧਾਰਿਆ ਗੁਰਦੇਵ, ਅਕਾਲ ਪੁਰਖ ਨੇ ਆਪ ਗੁਰੂਦੇਵ ਗੁਰੂ ਨਾਨਕ ਰੂਪ ਹੋ ਕੇ ਕਲਯੁਗ ਦੇ ਜੀਵਾਂ ਨੂੰ ਉਧਾਰਨਾ ਕੀਤਾ ਹੈ। ਭਾਵ ਜੋ ਪਹਿਲੇ ਯੁੱਗਾਂ ਵਿੱਚ ਗੁਨਾਹ ਕਰਕੇ ਜੂਨਾ ਭੁਗਤ ਰਹੇ ਸਨ, ਉਹਨਾਂ ਨੂੰ ਸਤਿਗੁਰਾਂ ਨੇ ਕਲਯੁਗ ਵਿੱਚ ਤਾਰਨਾ ਕੀਤਾ ਹੈ। ਮਲ ਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ ਰਹਾਉ। ਜਿਹੜੇ ਸਰੀਰ ਕਰਕੇ ਮਲ ਗੰਦਗੀ ਤੇ ਮੂਤ ਪਿਸ਼ਾਬ ਦੇ ਤੁਲ ਅਪਵਿੱਤਰ ਸਨ, ਮਨ ਕਰਕੇ ਮੂਰਖ ਅਤੇ ਬਾਣੀ ਕਰਕੇ ਮੁਗਧ ਬੇਸਮਝ ਹੁੰਦੇ ਸਨ, ਜੋ ਪਰਾਈ ਨਿੰਦਿਆ ਰੂਪੀ ਮੈਲ ਖਾਂਦੇ ਸਨ, ਮੂਤ ਕਹੀਏ ਪਿਸ਼ਾਬ ਦੀ ਨਿਆਈ ਸ਼ਰਾਬ ਪੀਂਦੇ ਸਨ ਜਾਂ ਕਾਮ ਨਾਲ ਵਿਆਕਲ ਸਨ। ਸੋ ਕਈ ਵਾਰੀ ਕਈ ਸ਼ਰਾਬੀ ਵੀਰਾਂ ਤੋਂ ਉਹਨਾਂ ਦੀਆਂ ਪਤਨੀਆਂ ਤੰਗ ਆ ਕਰਕੇ ਇਹ ਬਚਨ ਵੀ ਕਹਿ ਦਿੰਦੀਆਂ ਹਨ ਕਿ ਤੂੰ ਮੂਤ ਪੀ ਰਿਹਾ ਹੈ, ਸ਼ਰਾਬ ਨਹੀਂ ਪੀ ਰਿਹਾ। ਸੋ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਆ ਕਿ ਜਿਹੜੇ ਮੂਤ ਦੀ ਨਿਆਈ, ਪਿਸ਼ਾਬ ਦੀ ਨਿਆਈ ਸ਼ਰਾਬ ਪੀਂਦੇ ਆ ਜਾਂ ਕਾਮ ਨਾਲ ਵਿਆਕਲ ਸਨ, ਮੂਰਖ ਵਿਸ਼ਈ ਅਤੇ ਸ਼ਾਸਤਰ ਗਿਆਨ ਪਰਮਾਰਥ ਗਿਆਨ ਵੱਲੋਂ ਬੇਸਮਝ ਸਨ, ਹੇ ਮਹਾਰਾਜ ਉਹ ਸਾਰੇ ਗੁਰਮੁਖ ਤਾਈਂ ਧਾਰਨ ਕਰਕੇ ਤੁਹਾਡੀ ਸੇਵਾ ਟਹਿਲ ਵਿੱਚ ਲੱਗ ਗਏ ਹਨ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ, ਸਭ ਮਹਿ ਰਹਿਆ ਸਮਾਏ। ਹੇ ਮਹਾਰਾਜ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਫਿਰ ਆਪ ਦਾ ਆਸਰਾ ਦੇ ਕੇ ਧਰਨ ਵਾਲਾ ਰੱਖਣ ਵਾਲਾ ਹੈ ਅਤੇ ਫਿਰ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਜਦੋਂ ਸਾਰੀ ਸ੍ਰਿਸ਼ਟੀ ਮਹਾਰਾਜ ਜੀ ਦੀ ਚਰਨੀ ਪੈਰੀ ਆਗੇ ਪੈ ਗਈ, ਤਦੋਂ ਧਰਮ ਰਾਜਾ ਵੀ ਬਹੁਤ ਹੈਰਾਨ ਹੋਇਆ ਕਿ ਸਤਿਗੁਰਾਂ ਨੇ ਤਾਂ ਸਭਨਾਂ ਦਾ ਉਧਾਰ ਕਰ ਦਿੱਤਾ, ਮੇਰੇ ਨਰਕ ਖਾਲੀ ਹੋ ਜਾਣਗੇ। ਸਤਿਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾ ਚ ਮਾਹੇ। ਕਲਯੁਗ ਊਤਮੋ ਜੁਗਾ ਮਾਹੇ। ਪਹਿਲਾਂ ਜੋ ਸਤਿਯੁਗ ਤ੍ਰੇਤਾ ਅਤੇ ਦੁਆਪਰ ਉੱਤਮ ਭਣੀਏ ਕਹੇ ਜਾਂਦੇ ਸਨ, ਪਰੰਤੂ ਹੁਣ ਕਲਯੁਗ ਉਹਨਾਂ ਯੁੱਗਾਂ ਮਾਹੇ ਵਿੱਚੋਂ ਊਤਮੋ ਸ੍ਰੇਸ਼ਟ ਹੈ। ਸੋ ਸਤਿਯੁਗ ਵਿੱਚ ਜੇਕਰ ਕੋਈ ਇੱਕ ਪੁਰਸ਼ ਗੁਨਾਹ ਕਰਦਾ ਤਾਂ ਸਾਰੇ ਦੇਸ਼ ਨੂੰ ਉਸ ਦਾ ਫਲ ਭੁਗਤਣਾ ਪੈਂਦਾ। ਜਿਵੇਂ ਰਾਜੇ ਜੁਜਾਤੀ ਨੇ ਸ਼ੁਕਰਾਚਾਰੀਆ ਦੀ ਲੜਕੀ ਦੇਵਗਾਨੀ ਦਾ ਜ਼ਬਰਦਸਤੀ ਸੱਤ ਤੋੜਿਆ, ਤਾਂ ਸ਼ੁਕਰਾਚਾਰੀਆ ਦੇ ਸ਼ਰਾਪ ਕਰਕੇ 10,000 ਵਰ੍ਹਾ ਤੱਤੀ ਰੇਤ ਦੀ ਵਰਖਾ ਹੋਈ, ਜਿਸ ਕਰਕੇ ਸਾਰਾ ਦੇਸ਼ ਦੁਖੀ ਹੋਇਆ। ਫਿਰ ਤ੍ਰੇਤੇ ਯੁੱਗ ਵਿੱਚ ਜੇ ਇੱਕ ਪੁਰਸ਼ ਗੁਨਾਹ ਕਰਦਾ ਤਾਂ ਸਾਰੀ ਨਗਰੀ ਨੂੰ ਦੰਡ ਭੁਗਤਣਾ ਪੈਂਦਾ। ਜਿਵੇਂ ਰਾਵਣ ਨੇ ਸੀਤਾ ਦਾ ਅਪਹਰਨ ਕੀਤਾ ਤਾਂ ਉਸ ਦੀ ਸਾਰੀ ਨਗਰੀ ਲੰਕਾ ਹੀ ਉਜੜ ਗਈ। ਦੁਆਪਰ ਯੁੱਗ ਵਿੱਚ ਜੇਕਰ ਕੋਈ ਇੱਕ ਪੁਰਸ਼ ਮੰਦ ਕਰਮ ਕਰਦਾ ਤਾਂ ਸਾਰੀ ਕੁਲ ਨੂੰ ਕਲੰਕ ਲੱਗਦਾ, ਭਾਵ ਸਭਨਾਂ ਦਾ ਨਾਸ਼ ਹੁੰਦਾ। ਜਿਵੇਂ ਕ੍ਰਿਸ਼ਨ ਭਗਵਾਨ ਦੇ ਇੱਕ ਸਾਂਬਾ ਨਾਮਕ ਪੁੱਤਰ ਨੇ ਪੇਟ ਨਾਲ ਬਾਟਾ ਬੰਨ੍ਹ ਲਿਆ ਤਾਂ ਜਾਦਵਾਂ ਨੇ ਮਖੌਲ ਨਾਲ ਦੁਰਵਾਸਾ ਰਿਸ਼ੀ ਨੂੰ ਕਿਹਾ ਕਿ ਇਸ ਦੇ ਪੇਟ ਤੋਂ ਕੌਣ ਜਨਮ ਲਵੇਗਾ, ਤਾਂ ਰਿਸ਼ੀ ਨੇ ਸ਼ਰਾਪ ਦਿੱਤਾ ਕਿ ਇਸ ਤੋਂ ਤੁਹਾਡੀ ਕੁਲ ਦਾ ਨਾਸ਼ ਕਰਨ ਵਾਲਾ ਜੰਮੇਗਾ। ਸੋ ਇਸ ਪ੍ਰਕਾਰ 56 ਕਰੋੜ ਜਾਦਵ ਸ਼ਰਾਬ ਪੀ ਕੇ ਆਪਸ ਵਿੱਚ ਲੜਾਈ ਕਰਕੇ 2.5 ਪਹਿਰਾਂ ਵਿੱਚ ਹੀ ਖਤਮ ਹੋ ਗਏ ਸਨ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 13ਵੀਂ ਪੌੜੀ ਵਿੱਚ ਕਹਿੰਦੇ ਹਨ, ਸਤਿਯੁਗ ਕਾ ਅਨਿਆਏ ਸੁਣ, ਇੱਕ ਫੇੜੇ ਸਭ ਜਗਤ ਮਰਾਵੈ। ਤ੍ਰੇਤੇ ਨਗਰੀ ਪੀੜੀਐ, ਦੁਆਪਰ ਵੰਸ ਕੁਵੰਸ ਕੁਹਾਵੈ। ਕਲਯੁਗ ਜੋ ਫੇੜੇ ਸੋ ਪਾਵੈ। ਇਉਂ ਕਲਯੁਗ ਉਹਨਾਂ ਪਿਛਲੇ ਯੁੱਗਾਂ ਨਾਲੋਂ ਸ੍ਰੇਸ਼ਟ ਹੈ, ਕਿਉਂਕਿ ਕਲਯੁਗ ਦੇ ਵਿੱਚ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਹਾਂ, ਇਸ ਕਲਯੁਗ ਦੇ ਵਿੱਚ ਇਹ ਕਰ ਹੱਥ ਨਾਲ, ਇਹ ਹੱਥ ਨਾਲ ਕਰਮ ਕਰਦਾ ਅਤੇ ਉਸ ਦਾ ਫਲ ਉਹ ਇਹ ਹੱਥ ਹੀ ਪਾਉਂਦਾ। ਜੇਕਰ ਸੱਜੇ ਹੱਥ ਨਾਲ ਕੋਈ ਕਰਮ ਕੀਤਾ ਤਾਂ ਉਸ ਦਾ ਫਲ ਵੀ ਸੱਜਾ ਹੱਥ ਹੀ ਪਾਵੇਗਾ। ਕਿਸੇ ਦੇ ਥਾਂ
ਕੋਈ ਹੋਰ ਨਹੀਂ ਫੜਿਆ ਜਾਵੇਗਾ। ਸੋ ਜਿਵੇਂ ਉਪਰੋਕਤ ਤੁਕ ਦੇ ਭਾਵ ਅਨੁਸਾਰ ਇੱਕ ਪੁਰਾਤਨ ਸਾਖੀ ਲਿਖੀ ਹੋਈ ਪ੍ਰਾਪਤ ਹੁੰਦੀ ਆ। ਸਾਖੀ ਦਾ ਭਾਵੇਂ ਕੋਈ ਜਿੱਸਾ ਕਲਪਤ ਹੀ ਕਿਉਂ ਨਾ ਹੋਵੇ, ਪਰ ਜੋ ਸਾਖੀ ਲਾਉਣ ਦਾ ਪ੍ਰਯੋਜਨ ਆ, ਅਰਥ ਸਪਸ਼ਟ ਹੋਵੇ, ਇਸ ਭਾਵ ਨੂੰ ਮੁੱਖ ਰੱਖਦਿਆਂ ਇਸ ਲਈ ਆਪ ਜੀ ਨਾਲ ਇਹ ਸਾਖੀ ਦੀ ਸਾਂਝ ਪਾਉਂਦੇ ਹਾਂ। ਸੋ ਸ੍ਰੀ ਨਾਰਾਇਣ ਹਰੀ ਉਪਦੇਸ਼ ਵਿੱਚ ਇਹ ਸਾਖੀ ਇਉਂ ਦਰਜ ਹੈ ਕਿ ਇੱਕ ਤਪਸਵੀ ਬਨ ਵਿੱਚ ਤਪੱਸਿਆ ਕਰ ਰਿਹਾ ਸੀ, ਪਰ ਉਹ ਅਨਪੜ੍ਹ ਸੀ। ਉਸ ਨੇ ਇਹ ਤਾਂ ਸੁਣ ਰੱਖਿਆ ਸੀ ਕਿ ਝੂਠ ਨਹੀਂ ਬੋਲਣਾ, ਝੂਠ ਬੋਲਣਾ ਪਾਪ ਹੁੰਦਾ। ਇਸ ਭੋਲੇਪਣ ਵਿੱਚ ਇੱਕ ਐਸੀ ਘਟਨਾ ਵਾਪਰੀ ਕਿ ਇੱਕ ਗਊ ਕਸਾਈ ਕੋਲੋਂ ਜਾਨ ਬਚਾ ਕੇ ਦੌੜ ਪਈ। ਪਿੱਛੇ ਕਸਾਈ ਆਇਆ ਜਿੱਥੇ ਤਪਸਵੀ ਬੈਠਾ ਤਪੱਸਿਆ ਕਰਦਾ ਸੀ। ਇੱਥੋਂ ਅੱਗੇ ਪਤਾ ਨਾ ਚੱਲਿਆ ਕਿ ਗਊ ਕਿੱਧਰ ਗਈ, ਕਿਉਂਕਿ ਇੱਥੋਂ ਦੋ ਪਾਸੇ ਨੂੰ ਰਸਤੇ ਜਾਂਦੇ ਸਨ। ਉਸ ਨੇ ਪੁੱਛਿਆ ਕਿ ਹੇ ਸੰਤ ਜੀ, ਤੁਸੀਂ ਕੋਈ ਗਊ ਦੇਖੀ ਹੈ? ਤਾਂ ਇਸ ਨੇ ਪਛਾਣ ਲਿਆ ਕਿ ਇਹ ਕਸਾਈ ਹੈ। ਜੇ ਮੈਂ ਇਸ ਨੂੰ ਦੱਸ ਦਿੱਤਾ ਤਾਂ ਇਸ ਨੇ ਗਊ ਦਾ ਕਤਲ ਕਰ ਦੇਣਾ। ਜੇ ਝੂਠ ਬੋਲਦਾ ਹਾਂ ਤਾਂ ਪਾਪ ਲੱਗੇਗਾ। ਇਸ ਨੇ ਸੱਜੇ ਹੱਥ ਦਾ ਇਸ਼ਾਰਾ ਦੇ ਦਿੱਤਾ, ਜਿਸ 'ਤੇ ਕਸਾਈ ਨੇ ਜਾ ਕੇ ਗਊ ਪਕੜ ਕੇ ਮਾਰ ਦਿੱਤੀ। ਇਸ ਦਾ ਪ੍ਰਮਾਤਮਾ ਦੀ ਦਰਗਾਹ ਵਿੱਚ ਨਿਆਂ ਹੋਇਆ। ਇਹਨਾਂ ਤਿੰਨਾਂ ਨੂੰ ਕਰਮ ਫਲ ਭੁਗਤਾਉਣ ਲਈ ਪ੍ਰਮਾਤਮਾ ਨੇ ਅਗਲੇ ਜਨਮ ਵਿੱਚ ਗਊ ਨੂੰ ਇੱਕ ਰਾਜੇ ਦੀ ਲੜਕੀ ਦੇ ਰੂਪ ਵਿੱਚ ਪੈਦਾ ਕਰ ਦਿੱਤਾ ਅਤੇ ਕਸਾਈ ਨੂੰ ਪਿਛਲੇ ਜਨਮਾਂ ਦੀ ਪ੍ਰਾਰਬਧ ਅਨੁਸਾਰ ਰਾਜੇ ਦਾ ਬੇਟਾ ਬਣਾ ਦਿੱਤਾ ਅਤੇ ਤਪਸਵੀ ਇਸ ਰਾਜ ਘਰਾਣੇ ਦਾ ਪੁਰੋਹਿਤ ਹੋ ਕੇ 20 ਸਾਲ ਤੱਕ ਸੇਵਾ ਨਿਭਾਉਂਦਾ ਰਿਹਾ। ਜਦੋਂ ਸੰਜੋਗ ਵਸ ਇਹਨਾਂ ਦੀ ਸ਼ਾਦੀ ਹੋਈ ਤਾਂ ਰਾਜੇ ਦੇ ਇਕਲੌਤੇ ਬੇਟੇ ਲਈ ਇੱਕ ਸੁੰਦਰ ਮਹਿਲ ਬਣਵਾਇਆ ਗਿਆ ਸੀ। ਸੋ ਜਦੋਂ ਸ਼ਾਦੀ ਕਰਾ ਕੇ ਪਹਿਲੀ ਰਾਤ ਹੀ ਆਪਣੇ ਮਹਿਲਾਂ ਵਿੱਚ ਵਿਰਾਜਿਆ ਤਾਂ ਥੱਕੇ ਹੋਏ ਯੁਵਰਾਜ ਨੂੰ ਨੀਂਦ ਆ ਗਈ। ਤਾਂ ਉਸ ਦੀ ਪਤਨੀ ਨੇ, ਜੋ ਸ਼ਾਸਤਰਾਂ ਦਾ ਸ਼ੌਂਕ ਰੱਖਦੀ ਸੀ, ਪਲੰਗ 'ਤੇ ਖੜੀ ਹੋ ਕੇ ਕੰਧ ਨਾਲੋਂ ਉੱਤਮ ਦਰਜੇ ਦੀ ਤੇਜ਼ ਧਾਰ ਤਲਵਾਰ ਵੇਖਣ ਵਾਸਤੇ ਲਾ ਲਈ। ਜਦੋਂ ਮਿਆਨ ਤੋਂ ਬਾਹਰ ਕੱਢਣ ਲੱਗੀ ਤਾਂ ਅਚਾਨਕ ਇਹ ਘਟਨਾ ਵਾਪਰੀ ਕਿ ਕਿਰਪਾਨ ਉਸ ਦੇ ਹੱਥ ਵਿੱਚੋਂ ਛੁੱਟ ਕੇ ਉਸ ਦੇ ਪਤੀ ਦੇ ਕੰਠ 'ਤੇ ਐਸੀ ਵੱਜੀ ਕਿ ਉਹ ਥਾਂ ਹੀ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਉਸ ਵੇਲੇ ਇਸ ਲੜਕੀ ਨੇ ਸੋਚਿਆ ਕਿ ਇਹ ਭਾਵੇਂ ਸਭ ਕੁਝ ਅਚਾਨਕ ਹੀ ਹੋਇਆ, ਪਰ ਮੇਰਾ ਕਿਸੇ ਨੇ ਸੱਚ ਨਹੀਂ ਮੰਨਣਾ, ਇਸ ਲਈ ਆਪਣੇ ਬਚਾਅ ਲਈ ਕੋਈ ਝੂਠੀ ਕਹਾਣੀ ਬੁਲਾ ਲੈਣੀ ਚਾਹੀਦੀ। ਸਬਰ ਦਾ ਘੁੱਟ ਭਰ ਕੇ ਰਾਤ ਦੇ ਤੀਜੇ ਪਹਿਰ ਤੱਕ ਇੱਧਰ ਉੱਧਰ ਘੁੰਮਦੀ ਰਹੀ ਤੇ ਕੀ ਵੇਖਿਆ ਕਿ ਬ੍ਰਾਹਮਣ ਹੱਥ ਵਿੱਚ ਗੜਵੀ ਫੜ ਕੇ ਮੰਦਰ ਵਿੱਚ ਪੂਜਾ ਕਰਨ ਲਈ ਜਾ ਰਿਹਾ। ਜਦੋਂ ਪੁਜਾਰੀ ਬ੍ਰਾਹਮਣ ਮੰਦਰ ਵਿੱਚ ਜਾ ਵੜਿਆ, ਇਸ ਨੇ ਬੂਹਾ ਖੋਲ੍ਹ ਕੇ ਉੱਚੇ ਉੱਚੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪਤੀ ਦਾ ਕੋਈ ਕਤਲ ਕਰ ਗਿਆ ਹੈ। ਇਹ ਖਬਰ ਪਲੋ ਪਲੀ ਰਾਜੇ ਤੱਕ ਜਾ ਪਹੁੰਚੀ। ਫੌਜਾਂ, ਵਜ਼ੀਰ, ਅਮੀਰ ਸਾਰੇ ਇਕੱਠੇ ਹੋਏ। ਰਾਜੇ ਦੇ ਸਾਹਮਣੇ ਦੋ ਗੱਲਾਂ ਸਨ। ਇੱਕ ਤਾਂ ਪੁੱਤਰ ਦਾ ਕਤਲ ਕਿ ਕਿਸ ਨੇ ਇਹ ਹਿੰਮਤ ਕੀਤੀ ਆ, ਦੂਸਰਾ ਪਰਜਾ ਨੂੰ ਵਿਸ਼ਵਾਸ ਕਿਵੇਂ ਰਹੇਗਾ ਜਿਸ ਰਾਜੇ ਦੇ ਰਾਜ ਭਵਨ ਵਿੱਚੋਂ ਹੀ ਉਸ ਦਾ ਪੁੱਤਰ ਕਤਲ ਹੋ ਗਿਆ, ਉਹ ਲੋਕਾਂ ਦੀ ਕੀ ਰੱਖਿਆ ਕਰੇਗਾ। ਉਸ ਨੇ ਪੁੱਛਿਆ ਕਿ ਬੇਟੀ ਇਹ ਸਭ ਕੁਝ ਕਿਵੇਂ ਹੋਇਆ। ਉਸ ਨੇ ਆਪਣੀ ਜਾਨ ਬਚਾਉਣ ਦੇ ਲਈ ਝੂਠ ਬੋਲ ਕੇ ਕਿਹਾ ਕਿ ਮੈਂ ਤਾਂ ਸੁੱਤੀ ਪਈ ਸਾਂ। ਜਦੋਂ ਕਤਲ ਹੋਣ ਦਾ ਖੜਕਾ ਸੁਣਿਆ ਤਾਂ ਮੈਂ ਜਾਗੀ ਅਤੇ ਰੌਲਾ ਪਾਇਆ। ਰਾਜੇ ਦੇ ਪੁੱਛਣ ਤੋਂ ਕਿ ਕਤਲ ਕਰਨ ਵਾਲਾ ਕਿੱਧਰ ਨੂੰ ਗਿਆ ਤਾਂ ਇਸ ਨੇ ਕਿਹਾ ਕਿ ਉਹ ਮੰਦਰ ਵਿੱਚ ਵੜਦਾ ਦੇਖਿਆ ਹੈ। ਰਾਜੇ ਨੇ ਉਸ ਪੰਡਤ ਦਾ ਕਤਲ ਕਰਨਾ ਚਾਹਿਆ, ਪਰ ਵਜ਼ੀਰ ਦੇ ਕਹਿਣ ਤੋਂ ਕਤਲ ਤਾਂ ਨਹੀਂ ਕੀਤਾ, ਪਰੰਤੂ ਉਸ ਦਾ ਸੱਜਾ ਹੱਥ ਵੱਢ ਦਿੱਤਾ। ਇਹ ਬ੍ਰਾਹਮਣ ਬਹੁਤ ਸੋਚਦਾ ਰਿਹਾ, ਮੈਂ ਕਦੇ ਕਿਸੇ ਪਸ਼ੂ ਪੰਛੀ ਦਾ ਵੀ ਬੁਰਾ ਨਹੀਂ ਕੀਤਾ, ਮੈਂ ਬੇਗੁਨਾਹ ਸੀ, ਮੇਰਾ ਹੱਥ ਕਿਉਂ ਕੱਟਿਆ ਗਿਆ। ਫਿਰ ਇੱਕ ਪਿਛਲੇ ਜਨਮ ਦੇ ਗਿਆਤਾ ਸਤਪੁਰਸ਼ ਨੇ ਇਸ ਨੂੰ ਦੱਸਿਆ ਕਿ ਪਿਛਲੇ ਜਨਮ ਵਿੱਚ ਤੂੰ ਕਸਾਈ ਤੋਂ ਛੁੱਟੀ ਗਊ ਨੂੰ ਇਸੇ ਹੱਥ ਦਾ ਇਸ਼ਾਰਾ ਕਰਕੇ ਪਕੜਾਇਆ ਸੀ। ਤੇਰਾ ਇਤਨਾ ਕੋ ਬੁਰਾ ਕਰਮ ਬਣਿਆ ਕਿਉਂਕਿ ਕਸਾਈ ਨੇ ਗਊ ਨੂੰ ਮਾਰਿਆ ਸੀ। ਉਸ ਦਾ ਵੱਡਾ ਪਾਪ ਕਰਮ ਬਣਿਆ ਤੇ ਹੁਣ ਪ੍ਰਮਾਤਮਾ ਨੇ ਉਸ ਦਾ ਫਲ ਭੁਗਤਾਉਣ ਕੀਤਾ ਹੈ। ਜੀਵਨ ਜਾਣਪੁਣੇ ਵਿੱਚ ਕਲਪਨਾ ਕਰਦੇ ਹਨ, ਪਰ ਦੋਸ਼ ਆਪਣੇ ਕੀਤੇ ਕਰਮਾਂ ਦਾ ਹੁੰਦਾ। ਗਊ ਨੇ ਇਸਤਰੀ ਰੂਪ ਬਣ ਕੇ ਪਤੀ ਰੂਪ ਬਣੇ ਕਸਾਈ ਤੋਂ ਪਿਛਲੇ ਜਨਮ ਦਾ ਬਦਲਾ ਲੈ ਲਿਆ ਅਤੇ ਭਾਵੇਂ ਉਸ ਨੂੰ ਲੱਗਦਾ ਹੈ ਕਿ ਮੇਰੇ ਕੋਲੋਂ ਅਚਾਨਕ ਤਲਵਾਰ ਛੁੱਟ ਕੇ ਪਤੀ ਦਾ ਕਤਲ ਹੋਇਆ, ਪਰ ਇਹ ਕਰਮ ਫਲ ਭੁਗਤਾਨ ਹੋਇਆ ਹੈ। ਇਸੇ ਕਰਕੇ ਗੁਰੂ ਜੀ ਨੇ ਫਰਮਾਨ ਕੀਤਾ ਹੈ, ਜਿਸ ਹੱਥ ਨਾਲ ਕੋਈ ਕਰਮ ਕਰਦਾ ਹੈ ਉਸ ਦਾ ਫਲ ਉਹੀ ਭੁਗਤਦਾ,
ਉਸ ਦੇ ਤਾਂ ਕੋਈ ਹੋਰ ਨਹੀਂ ਫੜਿਆ ਜਾਂਦਾ। ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਜਾਚੈ, ਇਹੋ ਤੇਰਾ ਬਿਰਦ। ਹੇ ਹਰ ਜੀਉ ਪਰਮੇਸ਼ਰ ਜੀ, ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਭਗਤ ਸੇਵਕ ਜਾਚੈ ਮੰਗਦੇ ਹਨ। ਇਹ ਹੀ ਤੁਹਾਡਾ ਬਿਰਦ ਧਰਮ ਹੈ। ਕਰ ਜੋੜ ਨਾਨਕ ਦਾਨ ਮਾਗੈ, ਆਪਣਿਆਂ ਸੰਤਾਂ ਦੇ ਇਹ ਹਰ ਦਰਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਦਾਸਾ ਭਾਵ ਧਾਰ ਕੇ ਆਪਣੇ ਹੱਥ ਜੋੜ ਕੇ ਇਉਂ ਬੇਨਤੀ ਕਰੋ ਕਿ ਹਰ ਪਰਮੇਸ਼ਰ, ਅਸੀਂ ਇਹ ਦਾਨ ਖੈਰਾਤ ਮੰਗਦੇ ਹਾਂ ਕਿ ਤੁਸੀਂ ਸਾਨੂੰ ਆਪਣਿਆਂ ਸੰਤਾਂ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਦਰਸ਼ਨ ਦੇਣਾ ਕਰੋ। ਜਿਵੇਂ ਤੁਸੀਂ ਆਪਣੇ ਸੰਤ ਜਨਾਂ ਨੂੰ ਦਰਸ਼ਨ ਬਖਸ਼ਦੇ ਹੋ, ਇਉਂ ਸਾਨੂੰ ਵੀ ਦਰਸ਼ਨ ਬਖਸ਼ੋ। ਰਾਗ ਆਸਾ ਮਹੱਲਾ ਪੰਜਵਾ, ਘਰ ਤੇਰਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਦੇ ਵਿੱਚ, ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ 13ਵੇਂ ਘਰ ਸੁਰਤਾਲ ਵਿੱਚ ਬਾਣੀ ਦੀ ਮਹਿਮਾ ਕਥਨ ਕਰਦੇ ਹਨ, ਮੰਗਲ ਕਰਦੇ ਹਨ। ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰ ਬਚਨ ਤੁਮਹਾਰੇ, ਨਿਰਗੁਣ ਨਿਸਤਾਰੇ ਰਹਾਉ। ਹੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਜੋ ਤੁਹਾਡੇ ਉਚਾਰਨ ਕੀਤੇ ਹੋਏ ਬਚਨ ਵਾਕ ਹਨ, ਉਹਨਾਂ ਵਾਕਾਂ ਨੇ ਨਿਰਗੁਣ ਗੁਣਾਂ ਤੋਂ ਹੀਣੇ ਪੁਰਸ਼ਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਜੋ ਮਹਾ ਵੱਡੇ ਬਿਖਾਦੀ ਝਗੜਾਲੂ ਵਿਸ਼ਿਆਂ ਦੇ ਖਾਧੇ ਹੋਏ ਟੁੱਟੇ ਮਨ ਵਾਲੇ, ਦੁਸ਼ਟ ਦੋਸ਼ ਸਹਿਤ ਅਤੇ ਅਪਵਾਦੀ ਨਿੰਦਕ ਕੋਟੀ ਚਰਚਾ ਕਰਨ ਵਾਲੇ ਪੁਰਸ਼ ਸਨ, ਉਹ ਵੀ ਤੁਹਾਡੇ ਸੰਗਾਰੇ ਸੰਗ ਨਾਲ ਸੰਗਤ ਕਰਕੇ ਪੁਨੀਤ ਪਵਿੱਤਰ ਹੋਏ ਹਨ। ਜਨਮ ਭਵੰਤੇ ਨਰਕ ਪੜੰਤੇ, ਤਿਨ ਕੇ ਕੁਲ ਉਧਾਰੇ। ਜੋ ਜੀਵ ਜਨਮਾਂ ਵਿੱਚ ਭਵੰਤੇ ਕਹੀਏ ਭੌਂਦੇ ਫਿਰਦੇ ਸਨ ਅਤੇ ਨਰਕਾਂ ਵਿੱਚ ਪੜੰਤੇ ਪਏ ਹੋਏ ਸਨ, ਉਹਨਾਂ ਨੂੰ ਤਾਂ ਤਾਰਿਆ ਹੀ ਹੈ ਅਤੇ ਨਾਲ ਉਹਨਾਂ ਦੇ ਕੁਲ ਵੰਸ਼ ਉਧਾਰੇ ਤਾਰ ਦਿੱਤੇ ਹਨ। ਕੋਈ ਨ ਜਾਣੈ ਕੋਈ ਨ ਮਾਨੈ, ਸੇ ਪ੍ਰਗਟ ਹਰ ਦੁਆਰੇ। ਹੇ ਸਤਿਗੁਰੂ ਜੀ, ਜਿਨ੍ਹਾਂ ਪੁਰਸ਼ਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ ਤੇ ਨਾ ਹੀ ਕੋਈ ਮਨ ਦਾ ਭਾਵ ਮਾਣ ਦਿੰਦਾ ਸੀ, ਉਹ ਤੁਹਾਡੇ ਬਚਨਾਂ ਕਰਕੇ ਹਰੀ ਪਰਮੇਸ਼ਰ ਦੇ ਸਾਧ ਸੰਗਤ ਸੰਸਾਰ ਸੱਚਖੰਡ ਰੂਪੀ ਦੁਆਰੇ ਦਰਵਾਜ਼ੇ ਵਿੱਚ ਪ੍ਰਗਟ ਜ਼ਾਹਰ ਮਸ਼ਹੂਰ ਹੋ ਗਏ। ਕਵਨ ਉਪਮਾ ਦੇਉ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਹੇ ਸਤਿਗੁਰੂ ਜੀ, ਤੁਹਾਡੇ ਬਚਨਾਂ ਬਾਣੀ ਨੂੰ ਕਿਸ ਦੀ ਉਪਮਾ ਸਮਾਨਤਾ ਦੇਵਾਂ ਅਤੇ ਕਿਸ ਦੀ ਵਡਿਆਈ ਦੇਵਾਂ। ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਤੁਹਾਡੇ ਬਚਨਾਂ ਤੋਂ ਅਸੀਂ ਖਿਨ ਖਿਨ ਕਹੀਏ ਛਿਨ ਛਿਨ ਕਾਲ ਵਿੱਚ ਵਾਰਨੇ ਬਲਹਾਰਨੇ ਜਾਂਦੇ ਹਾਂ। ਆਸਾ ਮਹੱਲਾ ਪੰਜਵਾ। ਸਤਿਗੁਰੂ ਜੀ ਇਸ ਸ਼ਬਦ ਵਿੱਚ ਪਰਮਾਦੀ ਹੋਏ ਜੀਵਾਂ ਨੂੰ ਸਾਵਧਾਨ ਹੋਣ ਲਈ ਉਪਦੇਸ਼ ਬਖਸ਼ਦੇ ਹਨ। ਬਾਵਰ ਸੋਏ ਰਹੇ ਰਹਾਉ। ਬਾਵਰ ਕਮਲੇ ਪੁਰਖ ਹਉਮੈ ਮਾਇਆ ਦੀ ਮਦ ਰੂਪੀ ਸ਼ਰਾਬ ਪੀ ਕੇ ਅਵਿਦਿਆ ਰੂਪੀ ਨੀਂਦ ਵਿੱਚ ਸੌਂ ਰਹੇ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮੋਹ ਕੁਟੰਬ ਬਿਖੈ ਰਸ ਮਾਤੇ, ਮਿਥਿਆ ਗਹਿਨ ਗਹੇ। ਕੁਟੰਬ ਪਰਿਵਾਰ ਦੇ ਮੋਹ ਸਨੇਹ ਤੇ ਸ਼ਬਦ ਸਪਰਸ਼ ਆਦ ਵਿਸ਼ਿਆਂ ਦੇ ਰਸ ਸਵਾਦ ਵਿੱਚ ਮਸਤ ਹਨ ਅਤੇ ਮਿਥਿਆ ਝੂਠੇ ਤੇ ਗਹਿਨ ਦੁੱਖ ਦੇਣ ਵਾਲੇ ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੇ ਪਦਾਰਥਾਂ ਨੂੰ ਗਹੇ ਫੜ ਰਹੇ ਹਨ। ਅਣਹੋਏ ਪਦਾਰਥਾਂ ਦੀ ਗਹਿਨ ਪਕੜ ਵਿੱਚ ਫੜੇ ਹੋਏ ਹਨ। ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਮਨ ਮੁਖ ਸਤ ਕਹੇ। ਮਿਥਨ ਅਣਹੋਏ ਮਨੋਰਥ ਮਨੋਰਾਜ ਮਨ ਦੇ ਸੰਕਲਪ ਦੇ ਆਨੰਦ ਅਤੇ ਸੁਪਨੇ ਵਿੱਚ ਉਲਾਸ ਸੁੱਖਾਂ ਨੂੰ ਇਹ ਮਨ ਚਿੱਤ ਕਰਕੇ
ਮੂੰਹੋਂ ਬੋਲ ਕੇ ਸੱਚੇ ਸਮਝ ਕੇ ਕਹਿੰਦੇ ਹਨ ਕਿ ਮਨੋਰਥ ਮਨ ਦੇ ਸੰਕਲਪ ਦਾ ਨਾਮ ਹੈ। ਜਿਵੇਂ ਇੱਕ ਤੇਲੀ ਤੇਲ ਦਾ ਕੁੱਪਾ ਚੁੱਕੀ ਆਉਂਦਾ ਸੀ, ਉਹ ਕੁੱਪਾ ਭਾਰਾ ਹੋਣ ਕਰਕੇ ਤੇਲੀ ਇਕੱਲਾ ਹੀ ਗੱਲਾਂ ਕਰਦਾ ਹੈ ਕਿ 2 ਮੀਲ ਦਾ ਪੈਂਡਾ ਹੈ, ਜੇਕਰ ਕੋਈ ਆਦਮੀ ਮਿਲ ਪਵੇ ਤਾਂ ਉਸ ਦੇ ਸਿਰ 'ਤੇ ਚੁਕਾ ਦਿਆਂ। ਉੱਥੇ ਪਾਸ ਹੀ ਕਬਰ ਪੁੱਟ ਕੇ ਉਸ ਵਿੱਚ ਪਿਆ ਹੋਇਆ ਇੱਕ ਪੁਰਸ਼ ਬੋਲਿਆ ਕਿ ਮੈਂ ਮਰਿਆ ਪਿਆ, ਨਹੀਂ ਤਾਂ ਚੁੱਕ ਹੀ ਲੈਂਦਾ। ਤਾਂ ਉਸ ਤੇਲੀ ਨੇ ਕਿਹਾ ਕਿ ਮਰੇ ਬੋਲਦੇ ਨਹੀਂ ਆ, ਤੂੰ ਬਾਹਰ ਨਿਕਲ, ਮੇਰਾ ਤੇਲ ਦਾ ਕੁੱਪਾ ਚੁੱਕ ਕੇ ਮੇਰੇ ਪਿੰਡ ਛੱਡਿਆ, ਤੈਨੂੰ 2 ਪੈਸੇ ਮਜ਼ਦੂਰੀ ਦੇ ਦਿਆਂਗਾ। ਉਹ ਬਾਹਰ ਨਿਕਲ ਆਇਆ ਤੇ ਉਸ ਦਾ ਕੁੱਪਾ ਸਿਰ ਉੱਪਰ ਰੱਖ ਕੇ ਤੁਰ ਪਿਆ। ਤਦ ਮਨ ਵਿੱਚ ਸੋਚਦਾ ਹੈ ਕਿ ਇਹਨਾਂ 2 ਪੈਸਿਆਂ ਦਾ ਹੋਰ ਤਾਂ ਕੁਝ ਆਉਣਾ ਨਹੀਂ, ਕੁਝ ਆਂਡੇ ਖਰੀਦ ਲਵਾਂਗਾ, ਫਿਰ ਕਿਸੇ ਮੁਰਗੀ ਤੋਂ ਬੱਚੇ ਕਢਵਾ ਲਵਾਂਗਾ। ਇਉਂ ਬਹੁਤ ਸਾਰੀਆਂ ਮੁਰਗੀਆਂ ਹੋ ਜਾਣਗੀਆਂ, ਉਹਨਾਂ ਨੂੰ ਵੇਚ ਕੇ ਇੱਕ ਬੱਕਰੀ ਖਰੀਦਾਂਗਾ, ਫਿਰ ਬੱਕਰੀ ਦਾ ਬਹੁਤ ਇੱਜੜ ਹੋ ਜਾਵੇਗਾ। ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ, ਉਸ ਦਾ ਦੁੱਧ ਅਤੇ ਕੱਟੇ ਕੱਟੀਆਂ ਵੇਚ ਕੇ ਸੋਹਣਾ ਮਕਾਨ ਬਣਾਵਾਂਗਾ, ਫਿਰ ਵਿਆਹ ਕਰਵਾ ਲਵਾਂਗਾ, ਘਰ ਵਿੱਚ ਸੰਤਾਨ ਹੋ ਜਾਵੇਗੀ। ਫਿਰ ਮੈਂ ਸੱਥ ਵਿੱਚ ਬੈਠਾ ਹੋਵਾਂਗਾ ਤੇ ਮੇਰੇ ਪੁੱਤਰ ਮੈਨੂੰ ਕਹਿਣਗੇ ਕਿ ਬਾਪੂ ਜੀ ਆਓ ਘਰ ਨੂੰ ਚੱਲੀਏ। ਮੈਂ ਕਹਾਂਗਾ ਕਿ ਨਹੀਂ, ਮੈਂ ਨਹੀਂ ਜਾਣਾ। ਇਉਂ ਕਹਿ ਕੇ ਸਿਰ ਹਿਲਾ ਦਿੱਤਾ ਤੇ ਤੇਲ ਦਾ ਕੁੱਪਾ ਹੇਠਾਂ ਡਿੱਗ ਗਿਆ ਅਤੇ ਸਾਰਾ ਤੇਲ ਡੁੱਲ ਗਿਆ। ਤਾਂ ਤੇਲੀ ਗੁੱਸੇ ਵਿੱਚ ਉਸ ਨੂੰ ਝਿੜਕਣ ਲੱਗ ਪਿਆ। ਉਹ ਸ਼ੇਖ ਚਿੱਲੀ ਕਹਿੰਦਾ ਕਿ ਤੂੰ ਆਪਣੇ ਤੇਲ ਨੂੰ ਰੋਂਦਾ ਹੈ, ਮੇਰਾ ਸਾਰਾ ਪਰਿਵਾਰ ਹੀ ਰੁੜ ਗਿਆ ਹੈ, ਕਿਉਂਕਿ ਤੂੰ ਹੁਣ ਮੈਨੂੰ 2 ਪੈਸੇ ਨਹੀਂ ਦੇਣੇ ਤੇ ਮੇਰਾ ਪਰਿਵਾਰ ਨਹੀਂ ਬਣਨਾ। ਇਸ ਪ੍ਰਕਾਰ ਦੇ ਜੋ ਸੰਕਲਪ ਕਰਨੇ ਹਨ, ਇਹਨਾਂ ਦਾ ਨਾਮ ਮਨੋਰਥ ਹੈ। ਸਤਿਗੁਰੂ ਅੱਗੇ ਕਿਰਪਾ ਕਰਦੇ ਹਨ। ਅੰਮ੍ਰਿਤ ਨਾਮ ਪਦਾਰਥ ਸੰਗੇ, ਦਿਲ ਮਰਮ ਨ ਲਹੇ। ਜੋ ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਸੰਗੇ ਨਾਲ ਹੈ, ਉਸ ਦਾ ਤਿਲ ਮਾਤਰ ਵੀ ਮਰਮ ਭੇਦ ਨਹੀਂ ਪ੍ਰਾਪਤ ਕਰਦੇ। ਕਰ ਕਿਰਪਾ ਰਾਖੇ ਸਤ ਸੰਗੇ, ਨਾਨਕ ਸਰਣ ਆਹੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਪਰਮੇਸ਼ਰ ਨੇ ਆਪ ਕਿਰਪਾ ਮਿਹਰ ਕਰਕੇ ਸਤ ਸੰਗੇ ਸਤ ਸੰਗਤ ਵਿੱਚ ਰੱਖ ਲਏ ਹਨ, ਉਹ ਹੀ ਪ੍ਰਭੂ ਦੀ ਸਰਣ ਪਨਾਹ ਓਟ ਵਿੱਚ ਆਹੇ ਕੀਏ ਚਾਹ ਇੱਛਾ ਕਰਕੇ ਆਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।